ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਮਾਝ ਰਾਗ ਦੇ ਵਿੱਚ 113 ਅੰਗ ਤੇ 8ਵੀਂ ਅਸ਼ਟਪਦੀ ਬਖਸ਼ਿਸ਼ ਕਰ ਰਹੇ ਨੇ। ਮਾਝ ਮਹੱਲਾ ਤੀਜਾ। ਅੰਮ੍ਰਿਤ ਬਾਣੀ ਗੁਰ ਕੀ ਮੀਠੀ, ਗੁਰਮੁਖ ਵਿਰਲੇ ਕਿਨੈ ਚਖ ਡਿਠੀ। ਗੁਰਾਂ ਦੀ ਜੋ ਬਾਣੀ ਹੈ ਇਹ ਅੰਮ੍ਰਿਤ ਹੁੰਦਾ, ਜਿਸ ਪ੍ਰਕਾਰ ਇੱਕ ਤਾਂ ਹੁੰਦਾ ਅੰਮ੍ਰਿਤ ਮਿੱਠਾ, ਮਿਠਾਸ ਭਰੀ ਬਾਣੀ, ਅੰਮ੍ਰਿਤ ਵਰਗੀ ਮਿੱਠੀ ਬਾਣੀ। ਦੂਸਰਾ ਇਹ ਅੰਮ੍ਰਿਤ, ਮ੍ਰਿਤ ਹੁੰਦੀ ਮੌਤ ਤੋਂ ਅੰਗ ਰਹਿਤ ਕਰਨ ਵਾਲੀ। ਸੋ ਇਹ ਜਿਹੜੀ ਗੁਰਾਂ ਦੀ ਅੰਮ੍ਰਿਤ ਬਾਣੀ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਪਹਿਲਾਂ ਇਹਦੇ ਪੜ੍ਹਨ ਦੇ ਨਾਲ ਜੀਵ ਨੂੰ ਪ੍ਰਤੀਤ ਨਹੀਂ ਹੁੰਦਾ ਅੰਮ੍ਰਿਤ, ਪਰ ਜਦੋਂ ਇਹ ਬਾਣੀ ਨੂੰ ਜੀਵ ਕੰਨਾਂ ਦੇ ਵਿੱਚ ਸੁਣਦਾ ਹੈ, ਇੱਕ ਮਨ ਹੋ ਕੇ ਸਮਾਧੀ ਲਾਉਂਦਾ ਬਾਣੀ 'ਚ, ਤਾਂ ਉਸ ਵਕਤ ਇਹ ਬਾਣੀ ਦੇ ਨਾਲ ਮਿੱਠੀ ਹੁੰਦੀ, ਪਿਆਰੀ। ਹਿਰਦੇ ਵਿੱਚ ਬਾਣੀ ਪਿਆਰੀ ਲੱਗਦੀ ਹੈ, ਚੰਗੀ ਲੱਗਦੀ ਹੈ। ਦੂਸਰਾ ਮਿਠਾਸ ਆਉਂਦੀ ਜ਼ੁਬਾਨ ਦੇ ਵਿੱਚ, ਜਿਵੇਂ ਗੁਰਾਂ ਨੇ ਬਚਨ ਕੀਤਾ, ਇਹ ਸਰਵਣ ਹੋ ਮੇਰੇ ਹੋ, ਸਾਚਾ ਸੁਣਨੈ ਨੂੰ ਪਠਾਏ, ਸਾਚਾ ਸੁਣਨੈ ਨੂੰ ਪਠਾਏ ਸਰੀਰ ਲਾਏ। ਇਹ ਮੇਰੇ ਕੰਨੋਂ ਰੱਬ ਨੇ ਤੁਹਾਨੂੰ ਸੁਣਨ ਵਾਸਤੇ ਭੇਜਿਆ ਹੈ, ਸੁਣਨ ਲਈ ਭੇਜਿਆ ਕਿ ਨਾਮ ਬਾਣੀ ਕੀਰਤਨ ਕਥਾ। ਸਾਚਾ ਸੁਣਨੈ ਨੂੰ ਪਠਾਏ ਸਰੀਰ ਲਾਏ, ਤੁਹਾਨੂੰ ਸਰੀਰ ਨਾਲ ਲਾਇਆ। ਸੁਣੋ ਸਤ ਬਾਣੀ। ਤੁਸੀਂ ਜਿਹੜੀ ਗੁਰਾਂ ਦੀ ਸੱਚੀ ਬਾਣੀ ਹੈ, ਮਿਠਾਸ ਭਰੀ, ਕਲਿਆਣ ਦੇਣ ਵਾਲੀ, ਮੌਤ ਤੋਂ ਰਹਿਤ ਕਰਨ ਵਾਲੀ, ਇਹ ਸਰਵਣ ਕਰੋ। ਜਿਤ ਸੁਣੀ ਮਨ ਤਨ ਹਰਿਆ ਹੋਆ। ਜਿਸ ਬਾਣੀ ਨੂੰ ਸੁਣਨ ਦਾ ਇਹ ਲਾਭ ਹੁੰਦਾ ਹੈ ਕਿ ਮਨ ਅਤੇ ਤਨ ਖਿੜ ਜਾਂਦਾ, ਪ੍ਰਫੁੱਲਤ ਹੁੰਦਾ। ਕਿੰਨਾ ਹੀ ਮਨ ਡਿੱਗਿਆ ਹੋਵੇ ਥੱਲੇ ਨੂੰ, ਅਫਸੋਸ ਵਿੱਚ ਗਿਆ ਹੋਵੇ, ਚਿੰਤਾ ਵਿੱਚ ਗਿਆ ਹੋਵੇ, ਮਨ ਕਿਸੇ ਵੀ ਥਾਂ ਦੇ ਉੱਤੇ ਗਲਤ ਪਾਸੇ ਲੱਗਿਆ ਹੋਵੇ, ਜਦੋਂ ਗੁਰਬਾਣੀ ਕੰਨਾਂ ਵਿੱਚ ਪੈਣੀ ਸ਼ੁਰੂ ਹੁੰਦੀ ਹੈ, ਗੁਰਬਾਣੀ ਅੰਦਰ ਇੰਨੀ ਤਾਕਤ ਹੈ ਕਿ ਮਨ ਨੂੰ ਖਿੱਚ ਕੇ ਉੱਥੇ ਲੈ ਆਉਂਦੀ ਹੈ, ਹਿਰਦੇ ਸਥਾਨ 'ਤੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਬਾਣੀ ਦੇ ਅੰਦਰੋਂ ਮਿਠਾਸ ਪ੍ਰਗਟ ਹੁੰਦੀ ਹੈ, ਇਹੀ ਇਹਦੀ ਕਲਾ ਹੈ। ਸੋ ਕੀ ਕਲਾ ਹੈ ਬਾਣੀ ਦੀ? ਜਿਵੇਂ ਮਿੱਠੀ ਚੀਜ਼ ਦੂਰੋਂ ਦੇਖਣ ਤੋਂ ਮਿੱਠਾ ਨਹੀਂ ਲੱਗਦਾ, ਪ੍ਰਤੀਤ ਨਹੀਂ ਹੁੰਦਾ ਉਹਦਾ ਮਿੱਠਾ, ਪਰ ਜਦੋਂ ਉਹਨੂੰ ਮੂੰਹ ਵਿੱਚ ਪਾਇਆ ਉਹ ਮਿੱਠਾ ਲੱਗਦਾ, ਉਹਦਾ ਮਿਠਾਸ ਪ੍ਰਤੀਤ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਫਰਮਾਉਂਦੇ ਨੇ, ਡਿੱਠੇ ਮੁਕਤ ਨਾ ਹੋ ਬਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਕਿਉਂ ਮਹਾਰਾਜ ਦੇ ਦਰਸ਼ਨ ਪ੍ਰਤੱਖ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪੰਗਤੀਆਂ ਦੇ ਦਰਸ਼ਨ ਕਰਨੇ ਦੂਰੋਂ। ਸਤਿਗੁਰੂ ਕਹਿੰਦੇ ਜਦੋਂ ਪੰਗਤੀ ਪੜ੍ਹੀ, ਪੰਗਤੀ ਪੜ੍ਹਨ ਤੋਂ ਬਾਅਦ ਜਦੋਂ ਉਹਦੀ ਵਿਚਾਰ ਕੀਤੀ, ਜਦੋਂ ਉਸ ਬਾਣੀ ਦੀ ਵਿਚਾਰ ਨਾਲ ਸਾਨੂੰ ਆਰਥਿਕ ਲਾਭ ਵੀ ਪਹੁੰਚਦਾ ਹੈ, ਲੋਕ ਅਤੇ ਪਰਲੋਕ ਵੀ ਸਮਰਦਾ ਹੈ, ਮਿਠਾਸ ਪੈਦਾ ਹੁੰਦੀ ਹੈ, ਮਨ ਦੇ ਅੰਦਰ ਸ਼ਾਂਤੀ ਵੀ ਪੈਦਾ ਹੁੰਦੀ ਹੈ, ਟੈਨਸ਼ਨ ਤੋਂ ਮੁਕਤ ਵੀ ਹੁੰਦਾ ਬੰਦਾ, ਉਦੋਂ ਫਿਰ ਜੀਵ ਨੂੰ ਪ੍ਰਤੀਤ ਹੁੰਦਾ ਹੈ ਕਿ ਇਹ ਬਾਣੀ ਮੇਰੀ ਬਹੁਤ ਅੱਛੀ ਸਾਥੀ ਵੀ ਹੈ, ਪਾਰ ਬ੍ਰਹਮ ਭਇਓ ਸਾਥੀ। ਕਿਉਂਕਿ ਬਾਣੀ ਨੇ ਜਿੰਨੇ ਢੰਗ ਨਾਲ ਬੰਦੇ ਨੂੰ ਰਸਤਾ ਦਿਖਾਉਣਾ ਹੈ, ਕਿਉਂਕਿ ਬਾਣੀ ਨਿਰਵੈਰ ਹੋਣ ਕਰਕੇ ਹਰ ਇੱਕ ਬੰਦੇ ਨੂੰ ਰਸਤਾ ਦਿਖਾਉਂਦੀ ਹੈ। ਆਮ ਜਿਹੜੇ ਲੋਕ ਨੇ ਉਹ ਜਿੰਨਾ ਮਰਜ਼ੀ ਉੱਤੋਂ ਮਿੱਠੇ ਬਣਨ, ਸਾਡੇ ਹਿਰੂ ਬਣ ਜਾਣ, ਪਰ ਉਹਨਾਂ ਦੇ ਅੰਦਰ ਸਾਡੇ ਪ੍ਰਤੀ ਕਈ ਵਾਰ ਈਰਖਾ ਵੀ ਹੋ ਸਕਦੀ ਹੈ, ਨਫ਼ਰਤ ਵੀ ਹੋ ਸਕਦੀ ਹੈ, ਉਹ ਸਾਨੂੰ ਗਲਤ ਰਸਤੇ ਉੱਤੇ ਵੀ ਪਾ ਸਕਦੇ ਨੇ। ਪਰ ਗੁਰਬਾਣੀ ਐਸੀ ਹੈ ਕਿ ਗੁਰਬਾਣੀ ਦੇ ਅੰਦਰ ਮਿੱਤਰਤਾ ਹੈ, ਸੱਜਣਤਾਈ ਹੈ, ਇੱਕ ਭਲੇ ਪੁਰਸ਼ ਵਾਂਗ ਸਾਨੂੰ ਸੋ ਦਾਨਾ ਬੀਨਾ ਪ੍ਰਧਾਨਿਆ ਹੈ ਸਤਿਗੁਰੂ। ਸਿਆਣੇ ਸਤਿਗੁਰੂ ਸਾਨੂੰ ਸਹੀ ਵੱਡਿਆਂ ਬਜ਼ੁਰਗਾਂ ਦੀ ਤਰ੍ਹਾਂ ਸੇਧ ਉੱਤੇ ਚਲਾਉਂਦੇ ਨੇ। ਮਹਾਰਾਜ ਕਹਿੰਦੇ ਗੁਰਮੁਖ ਵਿਰਲੇ ਕਿਨੈ ਚਖ ਡੀਠੀ, ਪਰ ਕਿਸੇ ਵਿਰਲੇ ਮਨੁੱਖ ਨੇ ਇਹ ਬਾਣੀ ਨੂੰ ਚਖ ਕੇ ਦੇਖਿਆ, ਧਾਰਨ ਕੀਤਾ, ਜ਼ੁਬਾਨ ਦੇ ਨਾਲ ਵੀ ਚਖਿਆ ਹੈ, ਪ੍ਰਤੱਖ ਇਹਦੀ ਸੇਧ ਨੂੰ ਲੈ ਕੇ ਰਸਤੇ ਉੱਤੇ ਚੱਲ ਕੇ ਵੀ ਚਖਿਆ ਹੈ। ਇਹਦੇ ਨਾਲ ਫਿਰ ਕੀ ਲਾਭ ਹੋਇਆ? ਅੰਮ੍ਰਿਤ ਮਿੱਠੀ ਬਾਣੀ ਨਾਲ ਹੋਰ ਅੱਗੇ ਦਾ ਲਾਭ ਦੱਸਦੇ ਮਹਾਰਾਜ। ਅੰਤਰ ਪ੍ਰਗਾਸ ਮਹਾਰਸ ਪੀਵੈ, ਦਰ ਸੱਚੈ ਸ਼ਬਦ ਵਜਾਵਣਿਆ। ਜੋ ਸੱਚੇ ਜਿਹੜਾ ਦਰ ਹੈ ਸਤਸੰਗ ਵਿੱਚ, ਸਤਸੰਗਤ ਦੇ ਵਿੱਚ ਆ ਕੇ
ਜਦੋਂ ਗੁਰ ਸ਼ਬਦ ਨੂੰ ਵਜਾਵਣਿਆ ਹੁੰਦਾ ਉਚਾਰਨ ਕਰਦਾ। ਵਜਾਇਆ ਵਾਜਾ ਪਾਉਣ, ਭਾਵ ਵਜਾਇਆ ਵਾਜਾ, ਵਾਜਾ ਵਜਾਉਣ ਦਾ ਮਤਲਬ ਹੁੰਦਾ ਕਿ ਉਹ ਆਵਾਜ਼ ਕੱਢਦਾ ਜਦੋਂ ਵਾਜਾ। ਇਸੇ ਤਰ੍ਹਾਂ ਮਨੁੱਖ ਜਦੋਂ ਇਹਨੂੰ ਬਾਣੀ ਨੂੰ ਵਜਾਉਂਦਾ, ਬਾਣੀ ਵੱਜੀ ਚਹੁੰ ਜੋਗੀ, ਭਾਵ ਜਦੋਂ ਉਚਾਰਨ ਕੀਤੀ ਬਾਣੀ, ਉਹਦੇ ਜਿਹੜਾ ਅੰਤਰ ਹੁੰਦਾ, ਅੰਤਹਿਕਰਨ ਵਿੱਚ ਪ੍ਰਗਾਸ ਹੋ ਜਾਂਦਾ, ਪ੍ਰਤੱਖ ਗਿਆਨ ਹੋ ਜਾਂਦਾ। ਗਿਆਨ ਕਰਕੇ ਬੰਦੇ ਨੂੰ ਬ੍ਰਹਮਾਨੰਦ ਰੂਪੀ ਮਹਾਰਸ ਪ੍ਰਾਪਤ ਹੁੰਦਾ। ਫਿਰ ਹੌਲੀ ਹੌਲੀ ਇਸ ਬ੍ਰਹਮਾਨੰਦ ਰੂਪ ਰਸ ਨੂੰ ਪੀਂਦਾ। ਇੱਕ ਦਿਨ ਜ਼ਿਕਰ ਆਇਆ ਸੀ ਮਹਾਰਾਜ ਵੱਲੋਂ ਕਿ ਜੋਗਾਨੰਦ ਬ੍ਰਹਮਾਨੰਦ, ਜੋਗਾਨੰਦ ਜੋਗੀ ਲੈਂਦੇ ਨੇ, ਬ੍ਰਹਮਾਨੰਦ ਗੁਰਬਾਣੀ ਅੰਦਰੋਂ ਗੁਰਮੁਖ ਨੂੰ ਪ੍ਰਾਪਤ ਹੁੰਦਾ ਹੈ। ਜਿਸ ਬ੍ਰਹਮਾਨੰਦ ਰਸ ਨੂੰ ਪੀ ਕੇ ਜੰਮਣ ਮਰਨ ਤੋਂ ਰਹਿਤ ਹੁੰਦਾ, ਇਸ ਰਸ ਦੇ ਨਾਲ ਹੀ ਜੀਵ ਦੇ ਅੰਦਰ ਪ੍ਰਗਾਸ ਪ੍ਰਤੱਖ ਚਾਨਣ ਵੀ ਹੋ ਜਾਂਦਾ। ਓ ਵਾਰੀ ਜੀਉ ਵਾਰੀ ਗੁਰ ਚਰਨੀ ਚਿਤ ਲਾਵਣਿਆ, ਮੈਂ ਉਹਨਾਂ ਤੋਂ ਸਦਕੇ ਬਲਿਹਾਰ ਕੁਰਬਾਨ ਵਾਰ ਨੇ ਫੇਰ ਨੇ ਬਲਿਹਾਰ ਜਾਵਾਂ। ਜਿਨ੍ਹਾਂ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਪਣਾ ਚਿੱਤ, ਪਹਿਲਾਂ ਚਾਰੇ ਪਾਸੋਂ ਚਿੱਤ ਨੂੰ ਹਟਾਉਣਾ ਪੈਂਦਾ, ਰੋਕ ਕੇ ਫੇਰ ਜੋੜਨਾ ਪੈਂਦਾ। ਅਸੀਂ ਚਿੱਤ ਜੋੜਨ ਤੋਂ ਪਹਿਲਾਂ ਤੋੜਿਆ ਨਾ ਦੂਜੇ ਪਾਸਿਓਂ, ਪਹਿਲਾਂ ਹੀ ਜੋੜਨਾ ਸ਼ੁਰੂ ਕਰ ਦਿੱਤਾ। ਚਿੱਤ ਨੂੰ ਪਹਿਲਾਂ ਬੈਠ ਕੇ ਅਰਦਾਸ ਕਰਕੇ, ਅਰਦਾਸ ਦੇ ਰਾਹੀਂ ਮਨ ਨੂੰ ਸਮਝਾ ਕੇ, ਭਈ ਹੁਣ 1 ਘੰਟਾ ਤੂੰ ਕਿਤੇ ਜਾਣਾ ਨਹੀਂ, ਬੋਲਣਾ ਨਹੀਂ, ਬਾਣੀ ਪੜ੍ਹਨ ਲੱਗੇ ਆਪਾਂ, ਇੱਧਰ ਨੂੰ ਧਿਆਨ ਰੱਖੀ। ਕਿਉਂ? ਪਹਿਲਾਂ ਮਨ ਨੂੰ ਸਾਵਧਾਨ ਕਰ ਦੇਈਦਾ। ਭਈ ਹੁਣ ਜਿਵੇਂ ਸ੍ਰੀ ਅਖੰਡ ਪਾਠ ਸਾਹਿਬ ਕਿਸੇ ਘਰ ਦੇ ਵਿੱਚ ਪ੍ਰਕਾਸ਼ ਕਰਕੇ, ਪ੍ਰਾਰੰਭ ਕਰਕੇ ਲੋਕਾਂ ਨੂੰ ਸੂਚਿਤ ਕਰ ਦਿੱਤਾ ਜਾਂਦਾ, ਕਾਰਡ ਵੰਡ ਦਿੱਤੇ ਜਾਂਦੇ ਨੇ। ਉਸ ਘਰ ਦੇ ਮਾਹੌਲ ਵਿੱਚ ਤਬਦੀਲੀ ਆ ਜਾਂਦੀ ਵੀ 3 ਦਿਨ ਹੁਣ ਇੱਥੇ ਉਹੀ ਜੀ ਕੋਈ ਗੱਲ ਨਹੀਂ ਹੋਵੇਗੀ, ਜੋੜਾ ਲੈ ਕੇ ਨਹੀਂ ਅੰਦਰ ਆਉਣਾ, ਜਾਂ ਕਿਸੇ ਨੇ ਨੰਗੇ ਸਿਰ ਨਹੀਂ ਆਉਣਾ, ਇਸ਼ਨਾਨ ਕਰਕੇ ਆਉਣਾ ਹੈ। ਫੋਨ ਜਿਹੜੇ ਨੇ ਉਹਨਾਂ ਦੇ ਸੁੱਚ ਕੱਟ ਦਿੱਤੇ ਜਾਂਦੇ ਜ਼ਿਆਦਾਤਰ, ਭਈ ਪਰੇ ਜੇ ਇੱਕ ਫੋਨ ਰੱਖ ਲਿਆ ਜਾਂਦਾ, ਹੋਰ ਚੀਜ਼ਾਂ ਪਾਸੇ ਕਰਤੀਆਂ, TV ਨੂੰ ਇੱਕ ਪਾਸੇ ਰੱਖ ਦਿੱਤਾ। ਇਹ ਅਸੀਂ ਉਹਦੇ ਲਈ ਤਿਆਰੀ ਕੀਤੀ। ਪਰ ਜਦੋਂ ਆਪਾਂ ਨਿਤਨੇਮ ਕਰਦੇ ਹਾਂ ਉਦੋਂ ਇਹ ਸਾਰੇ ਰੌਲੇ ਗੌਲੇ ਬੰਦ ਨਹੀਂ ਕਰਦੇ। ਇਹਦੇ ਕਰਕੇ ਹੀ ਫਿਰ ਚਿੱਤ ਹਰ ਥਾਂ ਹੀ ਜੋੜਿਆ ਹੋਇਆ। ਸੋ ਜਿਵੇਂ ਹੁਕਮਨਾਮਾ ਹੀ ਮੰਨ ਲਓ ਕਿ ਇੱਥੇ ਸ਼ੁਰੂ ਹੋਇਆ, ਹਲੇ ਰਾਤ ਹੁਕਮਨਾਮਾ ਸ਼ੁਰੂ ਹੀ ਹੋਇਆ। ਸੋ ਹੁਕਮਨਾਮਾ ਸ਼ੁਰੂ ਹੁੰਦਿਆਂ ਹੀ ਕਿਸੇ ਦਾ ਮੋਬਾਇਲ ਆ ਗਿਆ, ਉਹ ਹੁਕਮਨਾਮੇ ਨੂੰ ਛੱਡ ਕੇ ਮੋਬਾਇਲ ਨੂੰ ਸੁਣਨ ਬਾਹਰ ਚਲਿਆ ਗਿਆ। ਜਦੋਂ ਉਹਨੇ ਜਾ ਕੇ ਮੋਬਾਇਲ ਸੁਣਿਆ, ਉਹ ਉਦੋਂ ਹੀ ਮੁੜਿਆ ਜਦੋਂ ਹੁਕਮਨਾਮ ਸੰਪੂਰਨ ਹੋ ਗਿਆ। ਫਿਰ ਇਸ ਕਰਕੇ ਸਤਿਗੁਰੂ ਦੀ ਨਾਰਾਜ਼ਗੀ ਹੋ ਜਾਂਦੀ ਹੈ ਵੀ ਮੈਨੂੰ ਇਗਨੋਰ ਕਰਤਾ, ਮੈਨੂੰ ਸੁਣਿਆ ਤੱਕ ਨਹੀਂ ਇਹਨੇ। ਐਡੇ ਵੱਡੇ ਸਤਿਗੁਰੂ ਦਾ ਹੁਕਮਨਾਮਾ ਆਪਾਂ ਫਿਰ ਛੱਡ ਦਈਏ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਬੰਦੇ ਦਾ ਜਿਹੜਾ ਚਿੱਤ ਹੈ ਜਦੋਂ ਹੋਰ ਪਾਸੇ ਲੱਗ ਜਾਂਦਾ ਹੈ, ਇਹ ਫਿਰ ਬਾਣੀ ਵਾਲੇ ਪਾਸੇ ਨਹੀਂ ਲੱਗਦਾ। ਇਸ ਕਰਕੇ ਬਾਣੀ ਤੋਂ ਪਹਿਲਾਂ ਆਪਣੇ ਆਪ ਨੂੰ ਉਨਾ ਕੁ ਤਿਆਰ ਕਰੋ ਕਿ ਵੀ ਹੁਣ ਮੈਂ ਨਾ ਤਾਂ ਫੋਨ ਸੁਣਨਾ, ਨਾ ਕੋਈ ਗੱਲ ਸੋਚਣੀ ਹੈ, ਸਿਰਫ ਗੁਰੂ ਸਾਹਿਬ ਦੀ ਗੱਲ ਸੁਣਨੀ। ਫਿਰ ਮਨ ਚਿੱਤ ਜਿਹੜਾ ਉੱਥੇ ਲੱਗ ਜਾਂਦਾ। ਸਤਿਗੁਰ ਹੈ ਅੰਮ੍ਰਿਤਸਰ ਸਾਚਾ, ਮਨ ਨਹਾਵੈ ਮੈਲ ਚੁਕਾਵਣਿਆ ਰਹਾਉ। ਸਤਿਗੁਰਾਂ ਦਾ ਰਚਿਆ ਹੋਇਆ ਇਹ ਅੰਮ੍ਰਿਤ ਸਰੋਵਰ ਸੱਚਾ ਹੈ, ਜਿਹੜਾ ਗੁਰਬਾਣੀ ਦਾ ਸਰੋਵਰ ਹੈ, ਪ੍ਰਤੱਖ ਸ਼ਬਦ ਦਾ ਸਰੋਵਰ ਹੈ। ਜੋ ਸ਼ਰਧਾ ਨਾਲ ਮਨ ਤਨ ਕਰਕੇ ਇਸ਼ਨਾਨ ਕਰਦਾ, ਉਹਦੇ ਪਾਪਾਂ ਦੀ ਮੈਲ ਦੂਰ ਹੁੰਦੀ ਹੈ। ਪ੍ਰਤੱਖ ਵੀ ਜਿਹੜਾ ਸਰੋਵਰ ਗੁਰਾਂ ਨੇ ਰਚਿਆ, ਉਹਦੇ ਬਾਰੇ ਮਹਾਰਾਜ ਬਚਨ ਕਰਦੇ ਨੇ। ਸਤਿਗੁਰੂ ਆਪ ਹੀ ਅੰਮ੍ਰਿਤ ਸਰੋਵਰ ਨੇ। ਇਹ ਚੀਜ਼ ਕਾਫੀ ਅੱਗੇ ਜਾ ਕੇ ਜੀਵਨ ਨੂੰ ਪ੍ਰਤੀਤ ਪਤਾ ਲੱਗਦੀ ਹੈ ਕਿ ਅਸਲ ਵਿੱਚ ਹਰਿਮੰਦਰ ਸਾਹਿਬ ਦਾ, ਸਰੋਵਰ ਦਾ, ਸਤਿਗੁਰੂ ਦਾ ਇੱਕ ਕਨੈਕਸ਼ਨ ਹੀ ਹੈ ਸਾਰਾ। ਅੰਦਰ ਪ੍ਰਕਾਸ਼ ਹੈ, ਅੰਦਰ ਕੀਰਤਨ ਹੈ, ਤੇ ਜਲ ਦੇ ਵਿੱਚ ਹੀ ਸਾਰਾ ਕੁਝ ਪ੍ਰਵੇਸ਼ ਹੁੰਦਾ। ਇਹ ਅੱਜ ਦੇ ਯੁੱਗ ਵਿੱਚ ਸਾਇੰਸ ਦੇ ਢੰਗ ਨਾਲ ਸਮਝਾਉਣਾ ਪੈਂਦਾ ਵਿਦਿਆਰਥੀਆਂ ਨੂੰ। ਤੇ ਜਿਹੜੇ ਸਾਇੰਸ ਦੇ ਉੱਚ ਕਲਾਸ ਵਿਦਿਆਰਥੀ, ਉਹਨਾਂ ਨੂੰ ਪਤਾ ਹੈ ਕਿ ਪਾਣੀ ਸਭ ਤੋਂ ਜ਼ਿਆਦਾ ਸ਼ਕਤੀ ਖਿੱਚਣ ਦੀ ਰੱਖਦਾ ਆਪਣੇ 'ਚ। ਇਸੇ ਕਰਕੇ ਸਤਿਗੁਰੂ ਮਹਾਰਾਜ ਨੇ ਸਰੋਵਰ ਬਣਾਏ ਨੇ। ਸਰੋਵਰਾਂ ਵਿੱਚ ਹਰ ਵਕਤ ਅੰਮ੍ਰਿਤ ਬਾਣੀ ਦਾ ਪੈਣਾ। ਫਿਰ ਸਤਿਗੁਰੂ ਆਪ ਇਸ ਸਰੋਵਰ ਦੇ ਵਿੱਚ ਪਹਿਲੇ ਪਾਤਸ਼ਾਹ, ਸੋ ਜਦੋਂ ਨਹੀਂ ਸੀ ਬਣਿਆ ਉਦੋਂ ਇੱਥੇ ਬੈਠਦੇ ਰਹੇ, ਦੂਜੇ ਪਾਤਸ਼ਾਹ ਦੇ ਨਾਲ ਆਉਂਦੇ ਰਹੇ, ਤੀਜੇ ਪਾਤਸ਼ਾਹ ਵੀ ਇੱਥੇ, ਕਿਉਂਕਿ ਮਹਾਰਾਜ ਦਾ ਪਿੰਡ ਨਾਲ ਹੀ ਪੈਂਦਾ ਬਾਸਰ ਕੇ,
ਇੱਥੋਂ ਲੰਘਦੇ ਰਹੇ, ਇੱਥੇ ਬੈਠਦੇ ਰਹੇ। ਉਹ ਵੀ ਕਹਿੰਦੇ ਹੁੰਦੇ ਸੀ ਇੱਥੇ ਬਣਨਾ, ਚੌਥੇ ਰੂਪ ਵਿੱਚ ਆਵਾਂਗੇ। ਚੌਥੇ ਪਾਤਸ਼ਾਹ ਨੇ ਇਹ ਥਾਂ ਨੂੰ ਪ੍ਰਗਟ ਕੀਤਾ, ਪੰਜਵਿਆਂ ਨੇ ਬਣਾਇਆ, ਪੰਜਵਿਆਂ ਨੇ ਇੱਥੇ ਇਸ਼ਨਾਨ ਕੀਤਾ, ਛੇਵਿਆਂ ਨੇ ਕੀਤਾ ਇਸ਼ਨਾਨ। ਇਸ ਕਰਕੇ ਇਹਨਾਂ ਸਥਾਨਾਂ ਦੇ ਉੱਤੇ ਜਿਹੜੇ ਜਿਹੜੇ ਪਾਤਸ਼ਾਹ ਆਉਂਦੇ ਗਏ, ਉਹਨਾਂ ਨੇ ਇਹਨਾਂ ਸਰੋਵਰਾਂ ਵਿੱਚ ਆਪਣੇ ਸਰੂਪ ਨੂੰ ਇਸ਼ਨਾਨ ਕਰਾਇਆ। ਉਹਨਾਂ ਦਾ ਸਰੂਪ ਹੋਣ ਕਰਕੇ ਅੰਮ੍ਰਿਤ ਸਰੋਵਰ ਬਣ ਗਿਆ। ਫਿਰ ਬਾਣੀ ਦਾ ਪ੍ਰਵਾਹ ਹਰ ਵਕਤ ਚੱਲਣ ਕਰਕੇ ਇਹਦੇ ਵਿੱਚ ਸ਼ਕਤੀ ਤਾਂ ਅਥਾਹ ਹੈ। ਦੀਵੇ ਥੱਲੇ ਹਨੇਰਾ ਹੁੰਦਾ, ਜਿਵੇਂ ਇਸ ਤਰ੍ਹਾਂ ਆਪਣਿਆਂ ਨੂੰ ਤਾਂ ਪਤਾ ਨਹੀਂ ਲੱਗਿਆ, ਪਰ ਬਾਹਰਲਿਆਂ ਨੇ ਤਾਂ ਲਾਭ ਜ਼ਿਆਦਾ ਲੈ ਲਿਆ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਸਤਿਗੁਰੂ ਇੱਕ ਅੰਮ੍ਰਿਤ ਸਰੋਵਰ ਹੈ, ਨਾਮ ਅੰਮ੍ਰਿਤ ਦੇ ਸੱਚੇ ਸਰੋਵਰ ਨੇ। ਜੋ ਮਨ ਕਰਕੇ ਉਹਦੇ 'ਚ ਇਸ਼ਨਾਨ ਕਰਦਾ ਹੈ, ਉਹ ਰਾਗ ਦਵੈਸ਼ ਈਰਖਾ ਬਖੀਲੀ ਰੂਪ ਮੈਲ ਨੂੰ ਆਪੇ ਦੂਰ ਕਰ ਲੈਂਦਾ। ਸਤਿਗੁਰੂ ਦਾ ਸਰੋਵਰ ਜਿਹੜਾ ਹੈ, ਇਹਦੇ 'ਚ ਆਤਮਿਕ ਇਸ਼ਨਾਨ ਹੁੰਦਾ। ਬਾਹਰਲੇ ਸਰੀਰ ਦਾ ਇਸ਼ਨਾਨ ਪ੍ਰਤੱਖਾ ਵਾਲੇ ਸਰੋਵਰ ਵਿੱਚ ਹੁੰਦਾ। ਇਸ ਕਰਕੇ ਬਾਹਰਲੇ ਸਰੀਰ ਦੀ ਮੈਲ ਅਤੇ ਅੰਦਰਲੀ ਆਤਮਿਕ ਮੈਲ ਜਿਹੜੀ ਲੱਗੀ ਜੀਵ ਨੂੰ, ਆਤਮਾ ਤਾਂ ਸ਼ੁੱਧ ਹੀ ਹੈ, ਪਰ ਉਹ ਜੀਵ ਆਤਮਾ ਇੱਕ ਅਲੱਗ ਚੀਜ਼ ਹੈ ਜਿਹੜੀ ਹਉਂ ਦੇ ਸਮੇਤ ਹੁੰਦੀ ਹੈ। ਇਹ ਦੋਨਾਂ ਦਾ ਵੀ ਆਪਸ ਵਿੱਚ ਫਰਕ ਪੈਂਦਾ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਮਹਾਰਾਜ, ਤੇਰਾ ਸੱਚੇ ਕਿਨੈ ਅੰਤ ਨ ਪਾਇਆ, ਗੁਰ ਪ੍ਰਸਾਦ ਕਿਨੈ ਵਿਰਲੇ ਚਿੱਤ ਲਾਇਆ। ਸਤਿਗੁਰੂ ਪਹਿਲਾਂ ਕਹਿ ਆਏ ਵੀ ਚਿੱਤ ਲਾਉਣਾ ਹੈ, ਪਰ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਤੇਰਾ ਕਿਸੇ ਨੇ ਅੱਜ ਤੱਕ ਅੰਤ ਤਾਂ ਨਹੀਂ ਪਾਇਆ ਹੈ, ਪਰ ਗੁਰਾਂ ਦੀ ਕਿਰਪਾ ਨਾਲ ਕਿਸੇ ਵਿਰਲੇ ਵਿਰਲੇ ਬੰਦੇ ਨੇ ਤੇਰੇ 'ਚ ਚਿੱਤ ਜੋੜਿਆ। ਉਹੀ ਥਿਊਰੀ ਉਹੀ ਹੈ ਵੀ ਚਿੱਤ ਹੋਰ ਪਾਸਿਓਂ ਤੋੜਿਆ ਤਾਂ ਜੋੜਿਆ। ਸੋ ਜਿਵੇਂ ਬੁੱਲੇ ਭਗਤ ਨੂੰ ਪੁੱਛਿਆ, ਬੁੱਲੇ ਸ਼ਾਹ ਨੂੰ ਵੀ ਰੱਬ ਦਾ ਪ੍ਰਾਪਤ ਕਰਨ ਦਾ ਢੰਗ, ਉਹ ਪਿਆਜ਼ਾਂ ਦੀ ਪਨੀਰੀ ਲਾ ਰਹੇ ਸੀ ਖੇਤ ਵਿੱਚ। ਕਹਿੰਦੇ, ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਇੱਧਰ ਲਾਉਣਾ, ਮਨ ਉੱਧਰੋਂ ਤੋੜਨਾ ਤੇ ਇੱਧਰ ਲਾਉਣਾ। ਇਹ ਰਸ ਛਾੜੇ ਉਹ ਰਸ ਆਵਾ। ਹੁਣ ਇਹ ਰਸ ਛੱਡਣੇ ਆ ਤਾਂ ਉਹ ਰਸ ਆਉਣਾ। ਦੂਜੇ ਪੱਖ ਤੋਂ ਚਿੱਤ ਜਿਹੜਾ ਤੋੜਨਾ ਹੈ, ਫੇਰ ਹੀ ਜੋੜਨਾ ਇੱਧਰ। ਜਦੋਂ ਉੱਧਰੋਂ ਹੀ ਟੁੱਟਿਆ, ਇੰਦਰੀਆਂ ਤੋਂ ਟੁੱਟਣਾ ਹੁੰਦਾ ਹੈ। ਰਿਖ ਤੇ ਛੂਟੀ ਹੈ, ਤਾਂ ਰਿਖ ਮਤਲਬ ਇੰਦਰੀਆਂ ਤੋਂ ਟੁੱਟ ਕੇ ਫੇਰ ਆਪਾਂ ਚਿੱਤ ਗੁਰੂ ਸਾਹਿਬ 'ਚ ਜੋੜ ਸਕਦੇ ਹਾਂ। ਮਹਾਰਾਜ ਕਹਿੰਦੇ ਨੇ, ਤੁਧ ਸਾਲਾਹੇ ਨ ਰੱਜਾਂ ਕਬਹੂ, ਸੱਚੇ ਨਾਵੈ ਕੀ ਭੁੱਖ ਲਾਵਣਿਆ। ਇਹ ਵਾਹਿਗੁਰੂ ਜੀ, ਮੈਂ ਤੁਹਾਨੂੰ ਸਲਾਹੁੰਦਾ ਹੋਇਆ ਕਦੇ ਰੱਜਦਾ ਨਹੀਂ, ਮੇਰਾ ਮਨ ਭਰਦਾ ਨਹੀਂ। ਮੈਂ ਹਮੇਸ਼ਾ, ਕਿਉਂਕਿ ਨਾਮ ਦੀ ਭੁੱਖ ਮੇਰੇ ਅੰਦਰ ਲੱਗੀ ਰਹਿੰਦੀ। ਮੈਨੂੰ ਸੱਚੇ ਨਾਮ ਜਪਣ ਦੀ ਭੁੱਖ ਜਿਹੜੀ ਹੈ ਨਾ, ਉਹ ਲੱਗ ਰਹੀ ਹੈ, ਮੈਨੂੰ ਵੀ ਲੱਗੀ ਹੋਈ ਹੈ ਭੁੱਖ ਲਾਵਣਿਆ। ਮੇਰੇ ਤੇ ਵੀ ਕਿਰਪਾ ਕਰੋ, ਨਾਮ ਦੀ ਭੁੱਖ ਲੱਗੀ ਹੋਈ ਹੈ ਅਤੇ ਨਾਮ ਦੀ ਭੁੱਖ ਲੱਗੀ ਰਹੇ ਹਮੇਸ਼ਾ ਹੀ। ਨਾਮ ਦਾ ਅਭਿਆਸ ਕਰਦੇ ਰਹੀਏ, ਨਾਮ ਦੀ ਸੋਝੀ ਪੈਦਾ ਹੋ ਗਈ ਮਨ ਦੇ ਅੰਦਰ। ਏਕੋ ਵੇਖਾਂ ਅਵਰ ਨ ਬੀਆ, ਗੁਰ ਪ੍ਰਸਾਦੀ ਅੰਮ੍ਰਿਤ ਪੀਆ। ਮੈਂ ਇੱਕ ਵਾਹਿਗੁਰੂ ਨਹੀਂ ਵੇਖਦਾ ਸਾਰੇ ਪਾਸੇ, ਹਰੇਕ ਜੀਵ ਦੇ ਵਿੱਚ। ਉਹਦੇ ਤੋਂ ਬਿਨਾਂ ਹੋਰ ਦੂਜਾ ਕੋਈ ਜਿਹੜਾ ਨਜ਼ਰ ਹੀ ਨਹੀਂ ਆਉਂਦਾ, ਨਾ ਹੀ ਕੋਈ ਦਿਖਦਾ। ਸਤਿਗੁਰਾਂ ਦੀ ਕਿਰਪਾ ਨਾਲ ਮੈਂ ਨਾਮ ਅੰਮ੍ਰਿਤ ਨੂੰ ਆਪ ਪੀਤਾ ਇਸ ਜ਼ੁਬਾਨ ਦੇ ਨਾਲ। ਗੁਰ ਕੈ ਸ਼ਬਦ ਤਿਖਾ ਨਿਵਾਰੀ, ਸਹਿਜੇ ਸੂਖ ਸਮਾਵਣਿਆ। ਗੁਰਾਂ ਦੇ ਸ਼ਬਦ ਕਰਕੇ ਮੈਂ ਪਦਾਰਥਾਂ ਦੀ ਜਿਹੜੀ ਤ੍ਰੇਹ ਲੱਗੀ ਹੋਈ ਸੀ, ਉਹ ਨਿਵਰਤ ਕਰ ਲਈ ਹੈ। ਇਸ ਲਈ ਮੇਰਾ ਮਨ ਜਿਹੜਾ ਸੀ, ਉਹ ਅਚੁੱਤ ਸੁੱਖ ਵਿੱਚ ਸਮਾ ਗਿਆ। ਅਚੁੱਤ ਸੁੱਖ ਤੋਂ ਭਾਵ ਜਿਹੜਾ ਸੁੱਖ ਨਾ ਖਤਮ ਹੋਵੇ ਕਦੇ। ਪਦਾਰਥਾਂ ਦੀ ਤ੍ਰੇਹ ਦੀ ਨਿਵਰਤੀ ਗੁਰਾਂ ਨੇ ਮੇਰੀ ਕੀਤੀ, ਮੈਨੂੰ ਬਿਠਾ ਕੇ ਸਮਝਾ ਦਿੱਤਾ। ਇਹ ਜਿਹੜੇ ਪਦਾਰਥ ਤੂੰ ਇਕੱਠੇ ਕਰਦਾ, ਤੂੰ ਸਿੱਖ ਦੁਨੀਆ ਇਕੱਠੇ ਕਰਦੀ, ਦੁਨੀਆ ਨੂੰ ਤਾਂ ਸੋਝੀ ਨਹੀਂ ਹੈ, ਤੂੰ ਵੀ ਇਹਨਾਂ ਦੇ ਮਗਰ ਲੱਗ ਗਿਆ। ਮਹਾਰਾਜ ਸੱਚੇ ਪਾਤਸ਼ਾਹ, ਫਿਰ ਅਸੀਂ ਗੁਰਸਿੱਖ ਕੀ ਕਰੀਏ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਹੜੇ ਲੋਕ ਨੇ ਪਦਾਰਥ ਇਕੱਠੇ ਕਰਦੇ ਨੇ, ਨਾਮ ਰਤਨ ਦਾ ਤਿਆਗ ਕਰ ਦਿੰਦੇ ਨੇ। ਰਤਨ ਪਦਾਰਥ ਪੱਲਰ ਤਿਆਗੈ, ਮਨਮੁਖ ਅੰਧਾ ਦੂਜੈ ਭਾਏ ਲਾਗੈ। ਜੋ ਮਨਮੁਖ ਅੰਨਾ ਦਵੈਸ਼ ਭਾਵ ਦੇ ਵਿੱਚ ਲੱਗਿਆ ਰਹਿੰਦਾ ਜੀਵ, ਉਹਨੇ ਰਤਨ ਵਰਗੇ ਅਮੋਲਕ ਨਾਮ ਪਦਾਰਥ ਨੂੰ ਤਾਂ ਬੁੱਧੀ ਰੂਪ ਪੱਲੇ 'ਚੋਂ, ਪੱਲਰ ਹੁੰਦੀ ਹੈ ਪਰਾਲੀ ਜਾਣ ਕੇ ਤਿਆਗ ਦਿੱਤਾ। ਜਿਵੇਂ ਚੌਲਾਂ ਦੀ ਫੱਕ ਜਾਣ ਕੇ ਤਿਆਗ ਦਿੱਤਾ, ਨਾਮ ਛੱਡ ਹੀ ਦਿੱਤਾ, ਇਹਦੀ ਲੋੜ ਮਹਿਸੂਸ ਨਹੀਂ ਕੀਤੀ। ਹੁਣ ਇਹਨੇ ਕੀ ਕੀਤਾ? ਦਵੈਸ਼ ਬੀਜ ਲਈ ਚਾਰੇ ਪਾਸੇ, ਮਾੜੇ ਕੰਮ ਕਰਕੇ ਮਾੜੇ ਬੀਜ ਲਏ। ਜੋ ਬੀਜੈ ਸੋਈ ਫਲ ਪਾਏ,
ਸੁਪਨੇ ਸੁਖ ਨਾ ਪਾਵਣਿਆ। ਜੋ ਬੀਜ ਉਹ ਬੀਜਦਾ ਉਹੀ ਫਲ ਪਾਉਂਦਾ। ਨਿਕੰਮੇ ਕੰਮਾਂ 'ਚ ਲੱਗਣ ਕਰਕੇ, ਮਾੜੇ ਕੰਮਾਂ 'ਚ ਲੱਗਣ ਕਰਕੇ ਸੁਪਨੇ ਵਿੱਚ ਵੀ, ਸੁਪਨੇ ਤੋਂ ਭਾਵ ਕਦਾਚਿਤ ਸੰਸਾਰ ਸੁਪਨੇ 'ਚ ਸੁੱਖ ਨਹੀਂ ਪ੍ਰਾਪਤ ਕਰ ਸਕਦਾ, ਕਿਉਂਕਿ ਜੋ ਬੀਜਿਆ ਸੀ ਉਹੀ ਫਲ ਮਿਲਿਆ ਇਹਨੂੰ। ਆਪਣੀ ਕਿਰਪਾ ਕਰੇ ਸੋਈ ਜਨ ਪਾਏ, ਗੁਰ ਕਾ ਸ਼ਬਦ ਮਨ ਵਸਾਏ। ਜਿਸ ਉੱਤੇ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਕਰਦੇ ਨੇ ਉਹੀ ਬੰਦਾ ਨਾਮ ਦੀ ਪ੍ਰਾਪਤੀ ਕਰਦਾ, ਗੁਰਾਂ ਨੂੰ ਪਹਿਲਾਂ ਪ੍ਰਾਪਤ ਕਰਦਾ। ਪਹਿਲਾਂ ਗੁਰੂ ਦੀ ਪ੍ਰਾਪਤੀ ਹੁੰਦੀ, ਫਿਰ ਗੁਰਾਂ ਦੇ ਉਪਦੇਸ਼ ਦੀ ਪ੍ਰਾਪਤੀ ਹੁੰਦੀ, ਫਿਰ ਉਪਦੇਸ਼ ਲੈ ਕੇ ਨਾਮ ਦੀ ਪ੍ਰਾਪਤੀ ਹੁੰਦੀ। ਭਾਗਾਂ ਨਾਲ ਸਤਿਗੁਰੂ ਮਿਲਦੇ ਨੇ, ਭਾਗਾਂ ਨਾਲ ਸੋਝੀ ਪੈਦਾ ਹੁੰਦੀ ਹੈ, ਭਾਗਾਂ ਨਾਲ ਹੀ ਸਾਰਾ ਕੁਝ ਮਿਲਦਾ। ਸਤਿਗੁਰੂ ਆਪਣੀ ਕਿਰਪਾ ਕਰ ਦਿੰਦੇ ਨੇ, ਜਿਹਨੂੰ ਸੋਝੀ ਪੈਦਾ ਹੋ ਜਾਂਦੀ ਹੈ ਉਹ ਹੈਰਾਨ ਜਿਹਾ, ਬਾਅਦ 'ਚ ਬੜਾ ਹੈਰਾਨ ਹੁੰਦਾ। ਇਹ ਤਾਂ ਗੱਲਾਂ ਸੱਚੀਆਂ ਹੀ ਸੀਗੀਆਂ, ਇਹ ਤਾਂ ਅਸੀਂ ਐਵੇਂ ਹੀ ਸਮਝਦੇ ਸੀ। ਫਿਰ ਉਹਨੂੰ ਬੜਾ ਪਛਤਾਵਾ ਲੱਗਦਾ ਬਾਅਦ 'ਚ ਵੀ ਇਹ ਗੱਲ ਜੇ ਸੱਚੀ ਸੀ ਪਹਿਲਾਂ ਮੈਨੂੰ ਅਕਲ ਕਿਉਂ ਨਾ ਆਈ ਇਸ ਗੱਲ ਦੀ। ਕਾਸ਼ ਮੈਂ ਪਹਿਲਾਂ ਲੱਗ ਜਾਂਦਾ ਇਸ ਪਾਸੇ, ਹੁਣ ਨੂੰ ਮੈਂ ਬਹੁਤ ਤਰੱਕੀ ਕਰ ਜਾਣੀ ਸੀ। ਪਰ ਭਾਈ ਮਹਾਰਾਜ ਦੇ ਹੁਕਮ ਤੋਂ ਬਿਨਾਂ ਕੌਣ ਲੱਗ ਸਕਦਾ। ਮਹਾਰਾਜ ਕਹਿੰਦੇ 114 ਅੰਗ ਤੇ ਬਖਸ਼ਿਸ਼ ਹੁਣ ਅੱਗੇ ਕਰਦੇ ਨੇ। ਅੰਦਿਨ ਸਦਾ ਰਹਿ ਭੈ ਅੰਦਰ, ਭੈ ਮਾਰ ਭਰਮ ਚੁਕਾਵਣਿਆ। ਉਹ ਹੁਣ ਵਾਹਿਗੁਰੂ ਦੇ ਭੈ ਵਿੱਚ ਹੀ ਰਹਿੰਦਾ ਹੈ। ਭੈ ਕਿਉਂ? ਕਹਿੰਦੇ ਕਿਉਂਕਿ ਉਹ ਮੇਰੇ ਕੋਲ ਹੈ, ਸਰਬ ਵਿਆਪਕ ਮੇਰੇ ਅੰਦਰ ਹੈ। ਵਾਹਿਗੁਰੂ ਦੇ ਡਰ ਵਿੱਚ ਰਹਿ ਕੇ ਉਹ ਕੋਈ ਮਾੜਾ ਕੰਮ ਨਹੀਂ ਕਰਦਾ, ਹੁਣ ਮਾੜਾ ਬੀਜ ਨਹੀਂ ਬੀਜਦਾ, ਅਤੇ ਭਰਮ ਨੂੰ ਦੂਰ ਕਰਕੇ ਜਮਾਂ ਦੇ ਭੈ ਨੂੰ ਮਾਰ ਦਿੰਦਾ। ਜਮਦੂਤਾਂ ਦੇ ਭੈ ਮਾਰ ਭਰਮ ਚੁਕਾਵਣਿਆ। ਭੈ ਜਮਦੂਤਾਂ ਦਾ ਯਹ ਭੈ ਪਰਲੋਕ ਭੈ, ਜਨਮ ਵੇਦਨਾ ਜਾਤ, ਅਨ ਰੱਖਿਆ ਅਰ ਗੁਪਤ ਭੈ, ਅਕਸ ਮਾਤਰ ਭੈ ਸਾਤ। ਇਹ 7 ਤਰ੍ਹਾਂ ਦਾ ਡਰ ਹੁੰਦਾ ਇਨਸਾਨ ਦੇ ਅੰਦਰ। ਉਹ 7 ਪ੍ਰਕਾਰ ਦਾ ਡਰ ਜਿਹੜਾ ਦੂਰ ਕਰ ਦਿੱਤਾ ਉਹਨੇ ਆਪਣੇ ਅੰਦਰੋਂ, ਭਰਮ ਨੂੰ ਦੂਰ ਕਰ ਦਿੱਤਾ। ਜਮਦੂਤਾਂ ਦਾ ਡਰ ਮੁੱਕ ਗਿਆ ਕਿਉਂਕਿ ਅੰਦਰ ਚਾਨਣ ਹੋ ਗਿਆ। ਭਰਮ ਚੁਕਾਇਆ ਸਦਾ ਸੁਖ ਪਾਇਆ, ਗੁਰ ਪ੍ਰਸਾਦ ਭਰਮ ਪਦ ਪਾਇਆ। ਜਿਹਨੇ ਭਰਮ ਨੂੰ ਦੂਰ ਕੀਤਾ, ਗੁਰਬਾਣੀ ਦੇ ਰਾਹੀਂ ਸਿਮਰਨ ਕਰਕੇ ਭਰਮ ਊਂ ਨਹੀਂ ਦੂਰ ਹੋ ਜਾਂਦਾ। ਮਹਾਰਾਜ ਕਹਿੰਦੇ ਇਹ ਸਿਮਰਨ ਨਾਲ ਦੂਰ ਹੁੰਦਾ। ਕੁਝ ਵੀ ਕੀਤਾ ਜਾ ਸਕਦਾ, ਵਾਹਿਗੁਰੂ ਵਾਹਿਗੁਰੂ, ਜਾਂ ਫਿਰ ਮੂਲ ਮੰਤਰ ਦਾ ਅਭਿਆਸ, ਜਾਂ ਜਪਜੀ ਸਾਹਿਬ ਦੇ ਪਾਠ, ਸੁਖਮਨੀ ਸਾਹਿਬ ਦੇ ਪਾਠ। ਕਾਫੀ ਤਕੜਾ ਅਭਿਆਸ ਕਰਨ ਤੋਂ ਬਾਅਦ ਇਹ ਪ੍ਰਕਾਸ਼ ਹੋ ਗਿਆ। ਜਦੋਂ ਚਾਨਣ ਹੋ ਗਿਆ ਅੰਦਰ ਤਾਂ ਸਾਰਾ ਕੁਝ ਪ੍ਰਤੱਖ ਦਿਖਣ ਲੱਗ ਪਿਆ। ਫਿਰ ਉਹਨੇ ਭਰਮ ਨੂੰ ਦੂਰ ਕਰਕੇ ਆਤਮਿਕ ਆਨੰਦ ਪ੍ਰਾਪਤ ਕੀਤਾ ਹੈ, ਅਤੇ ਗੁਰਾਂ ਦੀ ਕਿਰਪਾ ਨਾਲ ਉਹਨੇ ਇੰਨੀ ਵੱਡੀ ਪਦਵੀ ਪ੍ਰਾਪਤ ਕਰ ਲਈ ਜਿਹਨੂੰ ਪਰਮ ਪਦਵੀ ਕਹਿੰਦੇ ਆ, ਆਤਮ ਪਦ, ਬ੍ਰਹਮ ਗਿਆਨ ਤੱਕ ਚਲਿਆ ਗਿਆ। ਅੰਤਰ ਨਿਰਮਲ ਨਿਰਮਲ ਬਾਣੀ, ਹਰ ਗੁਣ ਸਹਿਜੇ ਗਾਵਣਿਆ। ਗੁਰਾਂ ਦੀ ਹੁਣ ਨਿਰਮਲ ਬਾਣੀ ਨਾਲ ਉਹਦਾ ਅੰਤःਕਰਨ ਪਹਿਲਾਂ ਬਾਣੀ ਪੜ੍ਹ ਕੇ ਹੌਲੀ ਹੌਲੀ ਨਿਰਮਲ ਹੋਇਆ ਅੰਦਰੋਂ। ਨਿਰਮਲ 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 ਤੇਰੀ ਬਾਣੀ। ਉਹ ਬਾਣੀ ਨੂੰ ਪੜ੍ਹਦਾ ਗਿਆ, ਮਨ ਨਿਰਮਲ ਹੁੰਦਾ ਗਿਆ। ਪਰ ਪਹਿਲਾਂ ਚਿੱਤ ਹੋਰ ਪਾਸਿਓਂ ਤੋੜ ਕੇ ਬਾਣੀ ਵੱਲ ਪੂਰਨ ਧਿਆਨ ਦਿੱਤਾ। ਉਹਨੇ ਦੇਖਿਆ ਵੀ ਸ਼ਬਦ ਵਿੱਚ ਕੀ ਉਪਦੇਸ਼ ਦਿੱਤਾ ਹੈ, ਕੀ ਦਿੱਤਾ ਹੈ ਉਪਦੇਸ਼। ਫਿਰ ਉਸੇ ਤਰ੍ਹਾਂ ਹੀ ਢਾਲ ਲਿਆ ਆਪਣੇ ਆਪ ਨੂੰ। ਉਹਦੇ ਵਿੱਚ ਨਫਾ ਨੁਕਸਾਨ ਨਹੀਂ ਦੇਖਣਾ। ਕਈ ਵਾਰੀ ਸ਼ਬਦ ਵਿੱਚ ਕਮਾਉਂਦਿਆਂ ਕਮਾਉਂਦਿਆਂ ਨੁਕਸਾਨ ਵੀ ਹੁੰਦਾ, ਪਰ ਉਹ ਫਿਰ ਵੀ ਫਾਇਦੇ 'ਚ ਹੈ ਸਾਨੂੰ, ਕੋਈ ਗੱਲ ਨਹੀਂ। ਉਹਨਾਂ ਤਾਂ ਗੁਰਾਂ ਨੇ ਫੇਰ ਕਿਰਪਾ ਕਰ ਦੇਣੀ ਹੈ। ਇਸ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਕਿ ਅਤੇ ਉਹ ਸੁਤੇ ਸਿੱਧ ਫਿਰ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਰਹਿੰਦਾ। ਜਿਹਦਾ ਮਨ ਨਿਰਮਲ ਹੈ ਉਹ ਹੀ ਵਾਹਿਗੁਰੂ ਕਹਿੰਦਾ, ਕਿਉਂਕਿ ਫਿਰ ਆਪਣੇ ਆਪ ਹੀ ਨਿਰਮਲ ਮਨ ਵਾਲੇ ਦੇ ਅੰਦਰੋਂ ਆਪੇ ਆਪ ਹੀ ਵਾਹਿਗੁਰੂ ਵਾਹਿਗੁਰੂ ਹੁੰਦਾ। ਪਹਿਲਾਂ ਜਿਹੜੇ ਮਾਇਆ ਦੇ ਪ੍ਰਭਾਵ ਸੀ, ਦੁਸ਼ਪ੍ਰਭਾਵ ਕਲਯੁਗ ਦੇ ਵਿਕਾਰਾਂ ਦੇ, ਉਹ ਜਦੋਂ ਅੰਦਰੋਂ ਵਾਹਿਗੁਰੂ ਕਹਿਣ ਲੱਗਦਾ ਸੀ, ਅੰਦਰਲੇ ਹਿੱਸੇ ਉੱਤੇ ਇੰਨੀ ਮੈਲ ਜੰਮੀ ਹੋਈ ਸੀ, ਉਹ ਵਾਹਿਗੁਰੂ ਕਹਿਣ ਹੀ ਨਹੀਂ ਦਿੰਦੇ। ਅੰਦਰਲੇ ਖਿੱਚ ਪਾ ਲੈਂਦੇ ਨੇ, ਅੰਦਰਲੇ ਸਵਾਦ, ਅੰਦਰਲੇ ਵਿਕਾਰ ਅੰਦਰੋਂ ਕਹੀ ਨਹੀਂ ਹੁੰਦਾ। ਅੰਦਰਲੇ ਨੂੰ ਪੁੱਛੋ ਕਹਿ ਵਾਹਿਗੁਰੂ, ਕਹਿੰਦਾ ਨਾ, ਜੀ ਨਹੀਂ ਕਰਦਾ। ਕਿਉਂ? ਉਹ ਜੀ ਇਸੇ ਕਰਕੇ ਨਹੀਂ ਕਰਦਾ ਭਈ ਜਦੋਂ ਅੰਦਰ ਹੀ ਨਹੀਂ ਹੈ ਗੱਲ, ਅੰਦਰ ਮੈਲ ਹੀ ਮੈਲ ਹੈ। ਜਦੋਂ ਅੰਦਰੋਂ ਸ਼ੁੱਧ ਹੋਇਆ ਫਿਰ ਵਾਹਿਗੁਰੂ ਮੰਤਰ ਰੁਕਦਾ ਹੀ ਨਹੀਂ। ਕਹਿੰਦੇ ਹੁਣ ਇਹ ਬੰਦ ਹੀ ਨਹੀਂ ਹੁੰਦਾ। ਇਹ ਨਹੀਂ ਹੁਣ ਬੰਦ ਹੋਣਾ, ਕਿਉਂਕਿ ਅੰਦਰ ਨਿਰਮਲ ਹੋ ਗਿਆ। ਸਿਮਰਤ ਸਾਸਤ ਵੇਦ ਵਖਾਣੈ, ਭਰਮੇ ਭੂਲਾ ਤਤ ਨ ਜਾਣੈ।
ਮਨਮੁਖ ਜਿਹੜੇ ਨੇ ਉਹ ਸਿਮਰਤੀਆਂ ਸ਼ਾਸਤਰਾਂ ਤੇ ਵੇਦਾਂ ਨੂੰ ਕਥਨ ਤਾਂ ਕਰਦਾ ਹੈ, ਪਰ ਭਰਮ ਵਿੱਚ ਭੁੱਲਿਆ ਹੋਇਆ ਬੰਦਾ ਜਿਹੜਾ ਵੇਦਾਂ ਵਿੱਚ ਤੱਤ ਸਿਧਾਂਤ ਦੀ ਗੱਲ ਕਹੀ ਆ ਨਾ, ਉਹਨੂੰ ਨਹੀਂ ਸਮਝਿਆ ਹੈ। ਉਹ ਕਿਹੜੀ ਕਹੀ ਆ? ਕਹਿੰਦੇ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਵੇਦਾਂ ਮਹਿ ਨਾਮ ਉੱਤਮ ਸੋ ਸੁਣੈ ਨਾਹੀ। ਵੇਦਾਂ ਵਿੱਚ ਕੱਲਾ ਕਰਮ ਕਾਂਡ ਨਹੀਂ ਲਿਖਿਆ ਹੋਇਆ, ਕੱਲਾ ਵੇਦਾਂ ਦੇ ਵਿੱਚ ਜਿਹੜਾ ਹੈ ਹੋਰ ਕਾਂਡ ਨਹੀਂ ਲਿਖੇ ਹੋਏ। 80,000 ਸੁਰਤੀ ਤਾਂ ਕਰਮ ਕਾਂਡ ਨੂੰ ਹੀ ਕਥਨ ਕਰਦੀ ਹੈ। 16,000 ਸੁਰਤੀ ਇਹਦੇ ਵਿੱਚ ਉਪਾਸ਼ਨਾ ਕਾਂਡ ਨੂੰ ਕਥਨ ਕਰਦੀ ਹੈ। 4,000 ਸੁਰਤੀ ਜਿਹੜੀ ਗਿਆਨ ਕਾਂਡ ਨੂੰ ਕਥਨ ਕਰਦੀ ਹੈ। ਗਿਆਨ ਕਾਂਡ ਪੜ੍ਹਨ ਲਈ ਕਿਉਂਕਿ ਦਿਮਾਗ ਬੜਾ ਲੱਗਦਾ, ਇਸ ਕਰਮ ਕਾਂਡ ਕਰਨਾ ਸੌਖਾ। ਉੱਥੇ ਤੁਰਿਆ ਜਾਂਦਾ ਬਈ ਨਹਿਰ ਦੇ ਵਿੱਚ ਚੌਲ ਪਾ ਜੀ, ਇਹ ਤਾਂ ਸੌਖੀ ਗੱਲ ਹੈ, ਪਰ ਉੱਥੇ ਬੈਠ ਕੇ ਬਈ ਰਾਮ ਨਾਮ ਦੀਆਂ ਮਾਲਾ ਕਰੀ 10, ਇਹ ਗੱਲ ਔਖੀ ਆ। ਇਸ ਕਰਕੇ ਮਹਾਰਾਜ ਕਹਿੰਦੇ ਨੇ ਜੇ ਤਾਂ ਕਿਸੇ ਨੂੰ ਕਰਮ ਕਾਂਡ ਕਹੋ, ਕਿਉਂਕਿ ਕਰਮ ਕਾਂਡ ਹੈ ਹੀ ਬੜਾ ਸੌਖਾ, ਉਹ ਬੰਦਾ ਭੱਜ ਕੇ ਕਰ ਆਉਂਦਾ, ਉਦਮ ਨਾਲ ਜਾਂਦਾ, ਤੂੰ ਆਹ ਕੰਮ ਕਰੀ ਤੈਨੂੰ ਆਹ ਹੋ ਜਾਏਗਾ, ਤੂੰ ਆਹ ਕੰਮ ਕਰੀ ਤੈਨੂੰ ਆਹ ਹੋ ਜਾਏਗਾ, ਤੂੰ ਬਸ ਲਿਆ ਇੰਨੇ ਪੈਸੇ ਤੇ ਆਹ ਪਾ ਲੈ, ਹੱਥ 'ਚ ਪਾ ਚੀਜ਼, ਆਹ ਕੰਮ ਹੋ ਜਾਏਗਾ। ਸੋ ਦੁਨੀਆ ਦੇ ਅੰਦਰ ਮੂਰਖ ਬਣਾਉਣ ਵਾਲੇ ਬਹੁਤ ਲੋਕ ਬੈਠੇ ਨੇ। ਇਸ ਇਨਸਾਨ ਨੂੰ ਨਾਮ ਨਾਲ ਨਾ ਜੋੜਦੇ ਹੋਏ ਗਲਤ ਪਾਸੇ ਜੋੜ ਕੇ ਆਹ ਤੂੰ ਕਰਦੇ, ਆਹ ਕਰਦੇ, ਇਹਦੇ ਨਾਲ ਉਹ ਬੰਦੇ ਨੂੰ ਇਸ ਤਰ੍ਹਾਂ ਦੀਆਂ ਫੁੱਲੀਆਂ ਪਾ ਛੱਡਦੇ ਆ ਕਿ ਬੰਦਾ ਨਾਮ ਨਾਲੋਂ ਵਿਚਾਰਾ ਟੁੱਟਿਆ ਹੀ ਰਹਿੰਦਾ। ਸਤਿਗੁਰੂ ਕਹਿੰਦੇ ਇਹ ਭਰਮ ਵਿੱਚ ਭੁੱਲਿਆ ਹੋਇਆ ਸਿਧਾਂਤ ਰੂਪ ਪਰਮਾਤਮਾ ਨੂੰ ਸਮਝਦਾ ਹੀ ਨਹੀਂ ਹੈ ਕਿ ਜਿਹੜੀ ਸ਼ਕਤੀ ਆਈ ਹੈ, ਕਿਸੇ 'ਚ ਵੀ ਆਈ ਹੈ। ਜੇ ਦੇਖੀਏ ਵਿਸ਼ਨੂੰ ਜੀ 'ਚ ਆਈ ਹੈ, ਬ੍ਰਹਮਾ ਸ਼ਿਵ ਜੀ ਸ਼ਕਤੀ ਆਈ ਹੈ, ਜਾਂ ਦੇਵਤਿਆਂ 'ਚ ਆਈ, ਜਾਂ ਦੈਂਤਾਂ 'ਚ ਵੀ ਸ਼ਕਤੀ ਆਈ ਹੈ, ਜਾਂ ਹੁਣ ਦੇ ਸਮੇਂ ਸ਼ਕਤੀ ਆਈ ਹੈ, ਉਹ ਸਾਰੀ ਸ਼ਕਤੀ ਪਰਮੇਸ਼ਰ ਦੇ ਨਾਮ ਕਰਕੇ ਹੀ ਆਈ ਹੈ। ਜੇ ਆਪਾਂ ਕਹੀਏ ਕਿ ਉਹ ਸ਼ਕਤੀ ਇਹਨਾਂ ਦੇ ਅੰਦਰ ਆ ਗਈ, ਉਹਨੇ ਮਾੜਾ ਜਿਹਾ ਦਾਨ ਕੀਤਾ ਸੀ, ਨਹੀਂ, ਦਾਨ ਨਾਲ ਤਾਂ ਦਾਨ ਹੀ ਮਿਲਦਾ। ਜਿਹਨੇ ਜਿੰਨਾ ਦਾਨ ਕੀਤਾ ਉਹਨੂੰ 90 ਗੁਣਾ ਉਹਦਾ ਮਿਲ ਗਿਆ, 100 ਗੁਣਾ ਮਿਲ ਗਿਆ, 1000 ਗੁਣਾ ਮਿਲ ਗਿਆ। ਪਰ ਨਾਮ ਜਪਣ ਨਾਲ ਗਿਆਨ ਹੁੰਦਾ, ਨਾਮ ਜਪਣ ਨਾਲ ਸ਼ਕਤੀ ਆਉਂਦੀ ਜੀਵ ਦੇ ਅੰਦਰ। ਇਸ ਕਰਕੇ ਸਤਿਗੁਰੂ ਕਹਿੰਦੇ ਨਾਮ ਦੀ ਗੱਲ ਨਹੀਂ ਕਰਦਾ ਕੋਈ, ਪਰ ਸਤਿਗੁਰੂ ਸੱਚੇ ਪਾਤਸ਼ਾਹ ਇਹ ਵੀ ਨਾਲ ਫਰਮਾਉਂਦੇ ਕਿ ਨਾਮ ਇਹ ਕਿਉਂ ਨਹੀਂ ਜਪਦੇ ਮਹਾਰਾਜ? ਸਤਿਗੁਰੂ ਕਹਿੰਦੇ ਸੇਵਾ ਨਹੀਂ ਕਰਦਾ। ਬਿਨ ਸਤਿਗੁਰ ਸੇਵੇ ਸੁਖ ਨਾ ਪਾਏ, ਦੁੱਖੋ ਦੁੱਖ ਕਮਾਵਣਿਆ। ਸਤਿਗੁਰਾਂ ਦੀ ਸੇਵਾ ਕੀਤੇ ਤੋਂ ਬਿਨਾਂ ਕਿੱਥੋਂ ਸੁੱਖ ਨਹੀਂ ਪ੍ਰਾਪਤ ਹੁੰਦਾ। ਦੁੱਖ ਹੀ ਦੁੱਖ ਭੋਗਦਾ, ਦੁੱਖ ਹੀ ਦੁੱਖ ਦੇਣ ਵਾਲੇ ਕਰਮਾਂ ਨੂੰ ਕਮਾਉਂਦਾ। ਆ ਸਾਰੀ ਦੁਨੀਆ ਭੱਜੀ ਫਿਰਦੀ, ਹਰੇਕ ਕੋਈ ਕਹਿੰਦਾ ਦੁਖੀ ਆ, ਦੁਖੀ ਆ। ਕੰਮ ਹੀ ਦੁੱਖ ਵਾਲੇ ਕਰਨੇ ਆ, ਸੁੱਖ ਵਾਲਾ ਕੰਮ ਤਾਂ ਕੀਤਾ ਹੀ ਨਹੀਂ। ਇਸ ਕਰਕੇ ਜਦੋਂ ਵੀ ਕਰਦੇ ਨੇ ਤਾਂ ਦੁੱਖ ਦਾ ਹੀ ਕੰਮ ਕਰਦੇ ਨੇ। ਇਹਨਾਂ ਕੰਮਾਂ 'ਚ ਮਹਾਰਾਜ ਕਹਿੰਦੇ ਸੁੱਖ ਨਹੀਂ। ਕਿੰਨਾ ਕੁ ਸ਼ੌਂਕ ਹੈ ਕਿਤੇ ਗੁਰੂ ਘਰ ਦੀ ਸੇਵਾ ਕਰੀਏ, ਕਿੰਨਾ ਕੁ ਸ਼ੌਂਕ ਹੈ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਦਾ, ਕਿੰਨਾ ਕੁ ਸ਼ੌਂਕ ਹੈ ਬਾਣੀ ਪੜ੍ਹਨ ਦਾ। ਫੇਰ ਵੀ ਆਪਣੇ ਆਪ ਨੂੰ ਕਹਿੰਦੇ ਨੇ ਅਸੀਂ ਹਾਂ ਮਹਾਰਾਜ ਦੇ ਸੇਵਕ, ਸਿੱਖ ਹਾਂ ਅਸੀਂ। ਸਿੱਖ ਵਾਲੀ ਤਾਂ ਕੋਈ ਗੱਲ ਹੈ ਹੀ ਨਹੀਂ ਗੀ, ਤਾਂ ਸਿੱਖ ਕਿੱਥੋਂ ਆ? ਸਤਿਗੁਰੂ ਕਹਿੰਦੇ ਸਿੱਖ ਤਾਂ ਬਣਿਆ ਨਹੀਂ ਹਲੇ। ਸਿੱਖ ਦਾ ਤਾਂ ਮਤਲਬ ਸਿੱਖਦਾ, ਹੌਲੀ ਹੌਲੀ ਸਿੱਖਦਾ, ਉਹ ਸਿੱਖ ਸਿੱਖ ਕੇ ਵੱਡਾ ਬਣ ਜਾਂਦਾ। ਪਰ ਇਹਦੇ 'ਚ ਤਾਂ ਕੋਈ ਸਿੱਖਣ ਵਾਲੀ ਗੱਲ ਹੀ ਨਹੀਂ। ਇਹਨੇ ਕੁਝ ਨਹੀਂ ਸਿੱਖਿਆ ਅੱਜ ਤੱਕ, ਖਾਣਾ ਪੀਣਾ, ਬੈਠਣਾ ਉੱਠਣਾ। ਹਾਲੇ ਤੱਕ ਤਾਂ ਇਹਨੂੰ ਇਹ ਨਹੀਂ ਪਤਾ ਲੱਗਿਆ ਮੈਂ ਗੁਰੂ ਦੀ ਹਜ਼ੂਰੀ 'ਚ ਭੈ ਤੇ ਅਦਬ ਦੇ ਨਾਲ ਆਉਣਾ, ਮੈਂ ਗੁਰੂ ਦਾ ਡਰ ਧਾਰਨ ਕਰਨਾ, ਮੈਂ ਸੁੱਚਮ ਦੇ ਨਾਲ ਆਉਣਾ, ਮੈਂ ਸੇਵਾ ਕਰਨੀ ਗੁਰਾਂ ਦੀ। ਉਹ ਸਾਰੀਆਂ ਚੀਜ਼ਾਂ ਤਾਂ ਹਲੇ ਸਿੱਖੀਆਂ ਹੀ ਨਹੀਂ। ਅਸੀਂ ਉਹ ਸਿੱਖ, ਕੀ ਸਿੱਖ ਹੈ? ਸਿੱਖ ਦਾ ਭਾਵ ਹੁੰਦਾ ਸਿੱਖਣਾ। ਸਿੱਖ ਦਾ ਅਰਥ ਹੈ ਸ਼ਿਸ਼, ਚੇਲਾ। ਹੁਣ ਦੇ ਯੁੱਗ 'ਚ ਸਟੂਡੈਂਟ, ਵਿਦਿਆਰਥੀ। ਸੋ ਜੇ ਸਟੂਡੈਂਟ ਬਣ ਗਿਆ, ਪੜ੍ਹਿਆ ਹੀ ਨਾ ਤਾਂ ਕਾਹਦਾ ਸਟੂਡੈਂਟ? ਇਸ ਕਰਕੇ ਸਤਿਗੁਰੂ ਕਹਿੰਦੇ ਜਦ ਤੂੰ ਗੁਰੂ ਸਾਹਿਬ ਦੀ ਗੱਲ ਹੀ ਨਹੀਂ ਮੰਨੀ, ਤੂੰ ਕਾਹਦਾ ਸਿੱਖ? ਆਪ ਕਰੇ ਕਿਸ ਆਖੈ ਕੋਈ, ਆਖਣ ਜਾਈਐ ਜੇ ਭੂਲਾ ਹੋਈ। ਸਭ ਕੁਝ ਵਾਹਿਗੁਰੂ ਆਪ ਹੀ ਕਰਦਾ, ਕਿਸੇ ਨੂੰ ਕੋਈ ਕੀ ਆਖੇ। ਤੇ ਉਹਨੂੰ ਆਖਣ ਵਾਸਤੇ ਤਾਂ ਜਾਈਏ ਜੇ ਵਾਹਿਗੁਰੂ ਭੁੱਲਿਆ ਹੋਵੇ, ਸਮਝਾਵਣ ਤਾਂ ਕੋ ਜਾਈਏ ਜੇ ਭੂਲੜਾ ਹੋਏ। ਮਹਾਰਾਜ ਕਹਿੰਦੇ ਵਾਹਿਗੁਰੂ ਕਿਤੇ ਭੁੱਲਿਆ ਨਹੀਂ ਹੋਇਆ, ਕਿਤੇ ਨਿਆਣਾ ਨਹੀਂ ਗਾ ਵੀ ਉਹਨੂੰ ਸਮਝਾਉਣ ਜਾਣਾ ਆਪਾਂ ਨੇ। ਉਹ ਤਾਂ ਸਭ ਅੰਤਰਜਾਮਤਾ ਹੈ, ਸਭ ਕੁਝ ਪਤਾ ਹੈ, ਸਿਆਣਪ ਹੈ। ਉਹਨੇ ਕਦੇ ਗਲਤ ਨਹੀਂ ਕਰਨਾ। ਉਹਨੇ ਹਮੇਸ਼ਾ ਜੋ ਕਰਨਾ ਉਹ ਤਾਂ ਜੋ ਆਪਾਂ ਕੀਤਾ ਉਹੀ ਕਰਨਾ ਉਹਨੇ।
ਉਹਦਾ ਫਲ ਦੇਣਾ ਹੁੰਦਾ। ਉਹ ਨਹੀਂ ਕਰਦੇ ਕਦੇ ਗਲਤ ਵੀ ਮੈਂ ਤੇਰਾ ਨੁਕਸਾਨ ਕਰ ਦਿਆਂ। ਉਹਨਾਂ ਨੂੰ ਕਿਹੜਾ ਵੈਰ ਹੈ ਕਿਸੇ ਨਾਲ, ਉਹ ਤਾਂ ਜੋ ਆਪਾਂ ਕੀਤਾ ਉਹੀ ਉਹਨਾਂ ਨੇ ਅੱਗੋਂ ਦੇ ਦੇਣਾ ਸਾਨੂੰ। ਨਾਨਕ ਆਪੇ ਕਰੇ ਕਰਾਏ, ਨਾਮੇ ਨਾਮ ਸਮਾਵਣਿਆ। ਮਹਾਰਾਜ ਫਰਮਾਉਂਦੇ ਨੇ ਆਪ ਹੀ ਜੀਵਾਂ ਨੂੰ ਪੈਦਾ ਕਰਨ ਵਾਲਾ, ਆਪ ਹੀ ਜੀਵਾਂ ਤੋਂ ਕਰਮ ਕਰਾਉਣ ਵਾਲਾ। ਜੋ ਨਾਮ ਜਪਦਾ ਹੈ ਉਹ ਨਾਮੀ ਵਿੱਚ ਆਪ ਹੀ ਅਭੇਦ ਹੋ ਜਾਂਦਾ ਉਹਦੀ ਕਿਰਪਾ ਨਾਲ। ਜਦੋਂ ਆਪਾਂ ਨੂੰ ਇਹ ਪਤਾ ਲੱਗ ਗਿਆ ਕਿ ਉਹਨੇ ਸਾਨੂੰ ਪੈਦਾ ਕੀਤਾ, ਜਦੋਂ ਆਪਾਂ ਨੂੰ ਇਹ ਪਤਾ ਹੈ ਕਿ ਜੀਵਾਂ ਤੋਂ ਕਰਮ ਕਰਾਉਂਦਾ ਹੈ, ਤੇ ਫਿਰ ਆਪਾਂ ਇਹ ਦੇਖੀ ਵੀ ਆਪਾਂ ਕਰਮ ਕਿਹੜਾ ਕਰ ਰਹੇ ਹਾਂ, ਗਲਤ ਤਾਂ ਨਹੀਂ ਕਰ ਰਹੇ। ਜੇ ਗਲਤ ਕਰਮ ਕਰ ਰਹੇ ਹਾਂ ਉਹਨੂੰ ਠੀਕ ਲਈ ਕੀ ਕਰੀਏ? ਸਤਿਗੁਰੂ ਕੋਲ ਜਾਓ, ਮੱਥਾ ਟੇਕੋ, ਬੇਨਤੀ ਕਰੋ। ਮਹਾਰਾਜ ਮੇਰੇ ਪਿਛਲੇ ਜਨਮਾਂ ਦੇ ਗਲਤ ਕੰਮਾਂ ਕਰਕੇ ਮੇਰੇ ਮਸਤਕ ਦਾ ਕਰਮ ਐਸਾ ਹੈ ਕਿ ਜਦੋਂ ਮੈਂ ਪਾਠ ਕਰਨ ਲੱਗਦਾ ਵਿਘਨ ਪੈ ਜਾਂਦਾ, ਕਿਉਂਕਿ ਉਹ ਮਾੜੇ ਪਾਪ ਮੈਨੂੰ ਅੱਗੇ ਨਹੀਂ ਵਧਣ ਦਿੰਦੇ। ਜਦੋਂ ਮੈਂ ਕੋਈ ਸੇਵਾ ਲਈ ਸੋਚਦਾ ਉਦੋਂ ਕੁਝ ਹੋਰ ਹੀ ਵਿਘਨ ਖੜਾ ਹੋ ਜਾਂਦਾ। ਜਦੋਂ ਮੈਂ ਦਾਨ ਕਰਨ ਦਾ ਸੋਚਦਾ ਉਦੋਂ ਖਰਚੇ ਬੜੇ ਵੱਧ ਜਾਂਦੇ। ਹੁਣ ਮੈਂ ਕੀ ਕਰਾਂ? ਤੁਸੀਂ ਕਿਰਪਾ ਕਰੋ, ਤੁਸੀਂ ਸਤਿਗੁਰੂ ਹੋ, ਤੁਸੀਂ ਮੈਨੂੰ ਇਸ ਚੱਕਰ ਚੋਂ ਕੱਢੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੇਖ, ਪਿਛਲੇ ਜਨਮ ਤੂੰ ਸੇਵਾ ਨਹੀਂ ਕੀਤੀ, ਉਦੋਂ ਪਿਛਲੇ 'ਚ ਨਹੀਂ ਕੀਤੀ, ਉਦੋਂ ਪਿਛਲੇ ਨਹੀਂ ਕੀਤੀ। ਤੂੰ ਜਿਹੜੇ ਕੰਮ ਕੀਤੇ ਸੀ ਸਾਰੇ ਜਨਮਾਂ 'ਚ ਮਾੜੇ, ਹੁਣ ਲੇਖ ਵੀ ਮਾੜੇ ਪੈ ਗਏ ਨੇ। ਆਹ ਤਾਂ ਤੇਰਾ ਕਿਤੇ ਇੱਕ ਅੱਧਾ ਪੁੰਨ ਕੋਈ ਜਾਗ ਪਿਆ ਸਾਡੇ ਕੋਲ ਆ ਗਿਆ। ਹੁਣ ਤੇਰਾ ਇੱਕੋ ਹੀ ਇਲਾਜ ਹੈ ਕਿ ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗਾ ਆਏ। ਜੇ ਤੂੰ ਹੁਣ ਗੁਰੂ ਘਰ ਦੀ ਸੇਵਾ ਕਰੇ ਨਿਸ਼ਕਾਮ ਹੋ ਕੇ, ਬਹੁਤ ਸੇਵਾ ਭਾਈ, ਗੁਰੂ ਘਰ ਦੀ ਸੇਵਾ ਕਰ। ਜਿੱਥੇ ਵੀ ਗੁਰੂ ਘਰ ਹੈ ਉੱਥੇ ਹੀ ਸੇਵਾ ਕਰ। ਸਰੂਪਾਂ ਦੀ ਸੇਵਾ ਹੈ, ਸੁਖਾਸਨ ਦੀ ਸੇਵਾ ਹੈ, ਸੁਖਾਸਨ ਦੇ ਕਮਰੇ ਦੀ ਸੇਵਾ ਹੈ, ਚੌਰ ਸਾਹਿਬ ਦੀ ਸੇਵਾ ਹੈ, ਰਮਾਲਿਆਂ ਦੀ ਸੇਵਾ ਹੈ। ਕਿੰਨੀ ਸੇਵਾ, ਜਿਹਦੇ ਮਨ 'ਚ ਚਾਹ ਹੋ ਜੇ ਆਪੇ ਸੇਵਾ ਲੱਭ ਲੈਂਦਾ। ਹੁਣ ਤੇਰਾ ਹੋਰ ਕੋਈ ਇਲਾਜ ਨਹੀਂ, ਪਿਛਲੇ ਕੀਤੇ ਹੋਏ ਕਰਮਾਂ ਨੂੰ ਠੀਕ ਕਰਨ ਦਾ ਇੱਕੋ ਇਲਾਜ ਹੈ ਕਿ ਗੁਰੂ ਦੀ ਸੇਵਾ ਕਰ। ਪਹਿਲੀ ਗੱਲ ਤਾਂ ਇਹ ਵੀ ਜੇ ਤੂੰ ਕਿਤੇ ਗੁਰੂ ਵਾਲਾ ਬਣ ਜਾਏ ਫਿਰ ਪਿਛਲੇ ਲੇਖ ਹੀ ਮਿਟ ਜਾਂਦੇ ਨੇ ਸਾਰੇ। ਫਿਰ ਸਾਰਾ ਪਿਛਲਾ ਕਾਫੀ ਕੱਟਿਆ ਜਾਂਦਾ, ਵੱਡੇ ਵੱਡੇ ਰਹਿ ਜਾਂਦੇ ਨੇ। ਬਸ ਕਈ ਵੱਡੀਆਂ ਚੀਜ਼ਾਂ ਜਿਹੜੀਆਂ ਬਹੁਤ ਵੱਡੀਆਂ ਭਿਆਨਕ ਗਲਤੀਆਂ ਹੋਈਆਂ, ਉਹ ਫਿਰ ਸਤਿਗੁਰੂ ਕਹਿੰਦੇ ਅਸੀਂ ਸਤਸੰਗਤ ਬਿਠਾ ਕੇ ਨਾਮ ਜਪਾ ਕੇ ਤੈਨੂੰ ਤੇਰੀਆਂ ਉਹ ਵੀ ਕੱਟ ਦਿਆਂਗੇ। ਤੂੰ ਜੇ ਸਾਡਾ ਬਣ ਜਾਵੇਂ ਤਾਂ ਅਸੀਂ ਸਾਰਾ ਕੁਝ ਤੇਰਾ ਕੱਟ ਦਿਆਂਗੇ, ਤੇਰੇ ਉੱਤੇ ਕਿਰਪਾ ਕਰ ਦਿਆਂਗੇ। ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਿੱਖ ਨੂੰ ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸਿੱਖ ਕੋ ਨਾਮ ਧੰਦੇ, ਗੁਰ ਕਾ ਸਿੱਖ ਵਡਭਾਗੀ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਪਰ ਨਾਲ ਇਹ ਵੀ ਕਿਹਾ ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮਹਿ ਸਹੈ। ਆਪਸ ਕੋ ਕਰ ਕਛ ਨ ਜਨਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ। ਇਹ ਨਹੀਂ ਕਿਹਾ ਕਿ ਗੁਰੂ ਦੇ ਗ੍ਰਹਿ ਵਿੱਚ ਰਹਿ ਕੇ ਸੇਵਾ ਹੀ ਨਾ ਕਰੇ। ਆ ਮਹਾਰਾਜ ਕਹਿੰਦੇ ਨਾਨਕ ਆਪੇ ਕਰੇ ਕਰਾਏ, ਨਾਮੇ ਨਾਮ ਸਮਾਵਣਿਆ। ਉਹ ਫਿਰ ਕੀ ਕਰਦਾ? ਨਾਮ ਜਪ ਕੇ ਨਾਮੀ ਦੇ ਵਿੱਚ ਹੌਲੀ ਹੌਲੀ ਅਭੇਦ ਹੋ ਜਾਂਦਾ, ਸਮਾ ਜਾਂਦਾ। ਜਦੋਂ ਕੋਈ ਜੀਵ ਨਾਮ ਜਪਣਾ ਸ਼ੁਰੂ ਕਰਦਾ, ਗੁਰੂ ਸਾਹਿਬ ਦੀ ਕਿਰਪਾ ਨਾਲ ਬਾਣੀ ਪੜ੍ਹਨੀ ਆਰੰਭ ਕਰਦਾ, ਉਹਦੇ ਕਰਜ਼ੇ ਲੈਣੇ ਸ਼ੁਰੂ ਹੋ ਜਾਂਦੇ ਨੇ, ਪਿਛਲੇ ਜਨਮਾਂ ਦੇ ਕੀਤੇ ਗੁਨਾਹ ਮਿਟਣੇ ਸ਼ੁਰੂ ਹੋ ਜਾਂਦੇ ਨੇ। ਉਹਨੂੰ ਇੱਕ ਆਸ ਦੀ ਕਿਰਨ ਨਜ਼ਰ ਆ ਜਾਂਦੀ, ਉਹਨੂੰ ਪ੍ਰਕਾਸ਼ ਦੀ ਕਿਰਨ ਨਜ਼ਰ ਆ ਜਾਂਦੀ ਹੈ।